ਐਡੇ ਜ਼ਾਲਮ ਸਦਰ ਥਾਣੇ ਵਾਲੇ एडे जालम जी हाँ बच्चा भी मर चले गया जाओ बच्चा छड़ के तुसी उत्थे अल्लाह माफ करे जना भी करके टोट जाना तुसी सिर्फ पैसे दे दो ओए सही कह रहे हो बिल्कुल सिर्फ पैसे ਉਹਨਾਂ ਨੂੰ ਪੈਸੇ ਦਵੋ ਹਾਂ ਤੇ ਪੁਲਿਸ ਹੁੰਦੀ ਹੈ ਸਦਰ ਥਾਣਾ ਸਹੀ ਹੈ ਜਿਹੜਾ ਕਰਦੀ ਨੇ ਨਾ ਉਹ ਕੋਈ ਇਨਸਾਫ ਇੱਥੇ ਨਹੀਂ ਜੇ ਹੈ ਇਹ ਲੋਕ ਗੱਲਾਂ ਕਰਦੇ ਸਨ ਕਿ ਦਿਓਰ ਜਿਹੜਾ ਸੀ ਭਰਜਾਈ ਦੇ ਨਾਲ ਬੁਰਾ ਸੀ ਬੇਟੇ ਨੇ ਵੇਖ ਲਿਆ ਹੋਣਾ ਹੈ ਹਾਂਜੀ ਤੇ ਉਹਨਾਂ ਤਾਂ ਕਤਲ ਮਾਂ ਨੇ ਕਤਲ ਕਰ ਦਿੱਤਾ ਓਏ ਹੋਏ 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 ਏਡੇ ਬੇਦਰਦੀ ਨਾਲ ਮੇਰੇ ਪੁੱਤਰ ਨੂੰ ਮਾਰਿਆ ਸੀ ਏਡੇ ਬੇਦਰਦੀ ਨਾਲ ਉਹਦੇ ਨਾਲ ਵੀ ਇੰਜੀ ਹੋਣੀ ਚਾਹੀਦੀ ਲੋਕੀ ਬਖਸ਼ਿਸ਼ ਮੰਗਦੇ ਨੇ ਮੈਂ ਮੱਕੀ ਵਾਲਿਆਂ ਕੋਲੋਂ ਜਿਹੜੇ ਉਮਰਾ ਕਰਨਗੇ ਨਾ ਦੁਆ ਕਰਾਣ ਡਿਆ ਮੇਰਾ ਕਾਤਲ ਨਿਕਲੇ ਸ਼ਾਜ਼ਲ ਦੀ ਵਜ੍ਹਾ ਤੋਂ ਸਾਰਿਆਂ ਨੇ ਆਪਣੀ ਝੋਲੀ ਇੱਥੇ ਰੱਖੀ ਸੀ ਐ ਅੱਲਾ ਇਹਨੂੰ ਬੇਨਕਾਬ ਕਰ ਹਰ ਬੰਦੇ ਦੇ ਹਰ ਬੀਬੀ ਉਹਨੂੰ ਮੈਂ ਨਹੀਂ ਛੱਡਣਾ ਅਗਰ ਉਹਨੂੰ ਸੀਸੀਟੀ ਮਾਰਦੀ ਏ ਜਾਂ ਕੋਈ ਜੱਜ ਮਾਰਦਾ ਏ ਫਾਂਸੀ ਦਿੰਦਾ ਏ ਬਿਸਮਿਲ੍ਲਾ ਲੇਕਿਨ ਜਿਹੜਾ ਉਹਨੇ ਮੇਰੇ ਬੱਚੇ ਤੇ ਜ਼ੁਲਮ ਕੀਤਾ ਨਾ ਉਹਦੀ ਮਾਸੂਮੀਅਤ ਸ਼ਾਜ਼ਲ ਦੀ ਮੈਨੂੰ ਦਿਨ ਰਾਤ ਕਤਲ ਕਰਦੀ ਏ ਪਈ ਡੇਢ ਮਾਹ ਮੇਰੀ ਭੈਣ ਡੇਢ ਮਹੀਨਾ ਪੂਰਾ ਹੋ ਗਿਆ ਤੁਹਾਡੇ ਬੇਟੇ ਤੇ ਕਾਤਲਾਂ ਨੂੰ ਲੱਭਦਿਆਂ ਸਾਡੇ ਵਿੱਚ ਹੀ ਲਗਾ ਫਿਰਦਾ ਸੀ ਜਦੋਂ ਵੀਡੀਓ ਵਾਲੇ ਆਂਦੇ ਸਨ ਉਹਦਾ ਸਾਹਮਣੇ ਨਹੀਂ ਸੀ ਆਂਦਾ ਸਾਡੇ ਵਿੱਚ ਹੀ ਲਗਾ ਫਿਰਦਾ ਸੀ ਸਾਨੇ ਵੀ ਇਹ ਮਾਂ ਦਾ ਕੰਮ ਹੈ ਇਹ ਮਾਂ ਨੂੰ ਉਹ ਆਂਦਾ ਜਾਂਦਾ ਸੀ ਇਧਰ ਉਹਦੇ ਡੇਟੇ ਨਿਕਲਦੇ ਨੇ मासूम शाजल की मैयत इस घर में पड़ी थी। ये शाजल की वालदा का जो चेहरा है आंसुओं से तर था। यहाँ पर बैन कर रही थी, रो रही थी, चीख रही थी, चिल्ला रही थी, अपने अल्लाह से भी गिला कर रही थी और अपने खामद से फ़ोन पे भी बात कर रही थी और उसको भी बता रही थी कि हमारे ऊपर कैसा गम का जो पहाड़ है वो गिर पड़ा है। उस दिन भी यहाँ पर ऐसे ही राज था, ऐसी ख़वातीन मर्द वो ख़वातीन यहाँ पर मौजूद थी। आज जब पता चल चुका है कि इनके बेटे का जो कातिल है, जो मुल्ज़म है, जो दरिंदा सिफ्त जो इंसान था, जो इसी घर में छुपा हुआ था, जब पता चल चुका वो बेनकाब हो चुका है, तब भी इस घर में ऐसे ही उधर भी कैमरा ज़रा दिखाएं, ये भी ख़वातीन इनके दुख में बराबर की तब भी शरीक थी, आज भी बराबर की शरीक हैं और यहाँ पर खड़ी हुई हैं। मेरी बहन अल्लाह पाक तुहानू सब्र दे ਜਿਹੜਾ ਤੁਹਾਡੇ ਬੇਟੇ ਦੇ ਨਾਲ ਜੋ ਕੁਝ ਵੀ ਹੋਇਆ ਸੀ ਅੱਜ ਤੁਹਾਡਾ ਜਿਹੜੇ ਬੇਟੇ ਦਾ ਕਾਤਲ ਹੈ ਉਹ ਪੁਲਿਸ ਨੇ ਟ੍ਰੇਸ ਕਰ ਲਿਆ ਹਾਂਜੀ ਤੇ ਕਈ ਲੋਕਾਂ ਨੇ ਤੁਹਾਡੇ ਤੇ ਇਲਜ਼ਾਮ ਹੀ ਲਾਏ ਕੀ ਦਿਲ ਤੇ ਬੀਤਦੀ ਸੀ ਹਾਂਜੀ ਬਸ ਮੇਰੇ ਦਿਲ ਤੇ ਇਹੋ ਬੀਤਦੀ ਸੀ ਇੱਕ ਮੇਰੇ ਪੁੱਤਰ ਦੋ ਕਰੋ ਤੋਰ ਕੇ ਨੇ ਦੂਜਾ ਮੇਰੇ ਤੇ ਬਦਨਾਮੀਆਂ ਲੱਗਦੀਆਂ ਨੇ ਮੇਰਾ ਮੀਆਂ ਇੱਥੇ ਨਹੀਂ ਸੀ ਹੈਗਾ ਮੈਂ ਤਨਹਾ ਇਕੱਲੀ ਉਸ ਟਾਈਮ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਸੀ ਹਾਂ ਬਸ ਮੈਨੂੰ ਇਹ ਸੀ ਜ਼ਮੀਨ ਨਹੀਂ ਪੜ ਰਹੀ ਮੈਂ ਉਹਦੇ ਵਿੱਚ ਵੜ ਜਾਵਾਂ ਮੈਨੂੰ ਬੜਾ ਘਾਟਾ ਮਹਿਸੂਸ ਹੁੰਦਾ ਸੀ ਮੈਂ ਆਪਣੇ ਇਹਨਾਂ ਬੱਚਿਆਂ ਵੱਲ ਵੀ ਨਹੀਂ ਸਾ ਕਿਸੇ ਟਾਈਮ ਮੈਂ ਨਹੀਂ ਸਾ ਮੈਂ ਆਪਣੇ ਆਪ ਨੂੰ ਕੁਝ ਕਰ ਲਵਾਂ ਓਏ ਹੋਏ ਹੋਏ ਮੈਨੂੰ ਪੁਲਿਸ ਲਾਦਾ ਕਰਕੇ ਪੁੱਛਦੀ ਸੀ ਮੇਰੇ ਪੁੱਤਰ ਨੂੰ ਲਾਦਾ ਕਰਕੇ ਪੁੱਛਦੀ ਸੀ ਮੇਰਾ ਬੇਟਾ ਸਾਹਿਲ ਵੱਡਾ ਮੈਂ ਉਹ ਜਿਹਦੇ ਤੇ ਇਲਜ਼ਾਮ ਲੱਗਦਾ ਸੀ ਮੈਂ ਉਹਨੂੰ ਵੀ ਪੁੱਤਰਾ ਸਮਝ ਨਹੀਂ ਸਾ ਅੱਛਾ ਮੈਂ ਨਹੀਂ ਸਾ ਮੇਰਾ ਉਹ ਵੀ ਪੁੱਤਰ ਆ ਜਿਹਨੇ ਕਤਲ ਕੀਤਾ ਹੈ ਨਹੀਂ ਨਹੀਂ ਜਿਹੜਾ ਮੇਰੇ ਤੇ ਇਲਜ਼ਾਮ ਜਿਹਦੇ ਦਾ ਲੱਗਦਾ ਸੀ ਮੇਰੇ ਦਿਓਰ ਦਾ ਅੱਛਾ ਮੈਂ ਉਹਨੂੰ ਵੀ ਪੁੱਤਰਾ ਤਰ੍ਹਾਂ ਸਮਝ ਨਹੀਂ ਸਾ ਮੇਰਾ ਕੀ ਭਰਾ ਇਲਜ਼ਾਮ ਮੇਰੀ ਭੈਣ ਕੀ ਲੱਗਦਾ ਸੀ ਕੀ ਲੋਕ ਕਹਿੰਦੇ ਸਨ ਉਹਨਾਂ ਲੋਕਾਂ ਵਾਸਤੇ ਵੇਖੋ ਕਹਿੰਦੇ ਸਨ ਵੀ ਇਹ ਮਾਂ ਦਾ ਕੰਮ ਹੈ ਇਹ ਮਾਂ ਨੂੰ ਉਹ ਆਂਦਾ ਜਾਂਦਾ ਸੀ ਇਧਰ ਉਹਦੇ ਡੇਟੇ ਨਿਕਲਦੇ ਨੇ ਉਹਦਾ ਫੋਨ ਉਧਰੋਂ ਉਧਰ ਹੀ ਹੁੰਦਾ ਸੀ ਮੇਰੇ ਬੱਚੇ ਛੋਟੇ ਛੋਟੇ ਸਨ ਮਤਲਬ ਕਿ ਕੋਈ ਇਹ ਲੋਕ ਗੱਲਾਂ ਕਰਦੇ ਸਨ ਕਿ ਦਿਓਰ ਜਿਹੜਾ ਸੀ ਭਰਜਾਈ ਦੇ ਨਾਲ ਬੁਰਾ ਸੀ ਬੇਟੇ ਨੇ ਵੇਖ ਲਿਆ ਹੋਣਾ ਹੈ ਹਾਂਜੀ ਤੇ ਉਹਨਾਂ ਤਾਂ ਕਤਲ ਮਾਂ ਨੇ ਕਤਲ ਕਰ ਦਿੱਤਾ ਓਏ ਹੋਏ 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 ਮਾਵਾਂ ਇਸ ਤਰ੍ਹਾਂ ਕੋ ਕਰ ਸਕਦੀਆਂ ਨੇ ਮੇਰੇ ਤੇ ਬੱਚੇ ਮੈਂ ਆਪਣੇ ਮੇਰੇ ਕੋਈ ਚੀਜ਼ ਨਹੀਂ ਮੇਰੇ ਕੋਲ ਹੈਗੀ ਸਿਰਫ ਮੇਰੇ ਬੱਚਿਆਂ ਦਾ ਸਵਾ ਕੋਈ ਚੀਜ਼ ਨਹੀਂ ਹੈਗੀ ਬਸ ਮੈਨੂੰ ਹੋਰ ਕੋ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ ਜਿਸ ਤਰ੍ਹਾਂ ਮੇਰੇ ਬੇਟੇ ਨਾਲ ਕੀਤਾ ਨਾ ਉਂਝ ਹੀ ਹੋਣਾ ਚਾਹੀਦਾ ਡੇਢ ਮਾਹ ਮੇਰੀ ਭੈਣ ਡੇਢ ਮਹੀਨਾ ਪੂਰਾ ਹੋ ਗਿਆ ਤੁਹਾਡੇ ਬੇਟੇ ਤੇ ਕਾਤਲਾਂ ਨੂੰ ਸਾਡੇ ਵਿੱਚ ਹੀ ਲਗਾ ਫਿਰਦਾ ਸੀ ਜਦੋਂ ਵੀਡੀਓ ਵਾਲੇ ਆਂਦੇ ਸਨ ਉਹਦਾ ਸਾਹਮਣੇ ਨਹੀਂ ਸੀ ਆਂਦਾ ਸਾਡੇ ਵਿੱਚ ਹੀ ਲਗਾ ਫਿਰਦਾ ਸੀ ਹੱਸਦਾ ਖੇਡਦਾ ਸੀ ਕੋਈ ਪਤਾ ਹੀ ਨਹੀਂ ਸੀ ਉਹਨੂੰ ਹੋਣ ਦਿੰਦਾ ਵੀ ਮੈਂ ਇਹ ਕੰਮ ਕੀਤਾ ਮਹਿਸੂਸ ਨਹੀਂ ਸੀ ਕਰਾਂਦਾ ਕਿ ਮੈਂ ਸਾਰਾ ਕੁਝ ਮੈਂ ਹੀ ਕੀਤਾ ਹੈ ਨਹੀਂ ਨਹੀਂ ਇਹ ਤੇ ਕਰਾਂਦਾ ਹੀ ਨਹੀਂ ਸੀ ਆਉਂਦਾ ਜਾਂਦਾ ਸੀ ਮੈਂ ਬਕਾਇਦਾ ਕਿਸੇ ਟਾਈਮ ਬੱਚਿਆਂ ਡਰਦਿਆਂ ਨਾ ਉਹਨੂੰ ਆਵਾਜ਼ ਮਾਰਨੀ ਸਾਨੂੰ ਕੀ ਪਤਾ ਸੀ ਵੀ ਇਹ ਦਰਿੰਦਾ ਹੈ ਸਾਨੂੰ ਕਿਸੇ ਹੋਰ ਨੂੰ ਨਹੀਂ ਉਹਨੇ ਕੰਮ ਕਰ ਦਿੱਤਾ ਹੈਗਾ ਅਸੀਂ ਤੇ ਉਹਦੇ ਤਮਾਦ ਤੇ ਚੱਲਨੇ ਸਾਂ ਪਰ ਸਾਨੂੰ ਨਹੀਂ ਸੀ ਪਤਾ ਸਾਡੇ ਕੋਲ ਰਹਿੰਦਾ ਸੀ ਕਰਦਾ ਸੀ ਉਹਨੇ ਕਿਹਾ ਮੈਂ ਸਵੇਰ ਜਦੋਂ ਇਹਦੀ ਮਾਮਾ ਆ ਕੇ ਚੱਲੀ ਏ ਤੇ ਮੈਂ ਆਪਣੇ ਘਰ ਲੰਮੇ ਪਿਆ ਸਾਂ ਤੇ ਮੈਂ ਹੱਸਿਆ ਸਾਂ ਅੱਛਾ ਵੀ ਆ ਕੇ ਚੱਲੀ ਸੰਦੂਕ ਚ ਮੋਬਾਈਲ ਪਿਆ ਸੀ ਤੇ ਉਹਦੇ ਧਿਆਨ ਨਾਲ ਤੇ ਮੈਂ ਆਪਣੇ ਜਦੋਂ ਘਰ ਤੁਸੀਂ ਬੜਾ ਹੱਸਿਆ ਮੇਰੀ ਭੈਣ ਤੁਸੀਂ ਦੱਸੋ ਕਿ ਜਦੋਂ ਤੁਸੀਂ ਕਿਹਾ ਆਪਣੇ ਪੁੱਤਰ ਨੂੰ ਕਿ ਪੁੱਤਰ ਮੋਬਾਈਲ ਸੰਦੂਕ 'ਚ ਪਿਆ ਹੀ ਹਾਂਜੀ ਉਦੋਂ ਦਰਿੰਦਾ ਕੋਲ ਹੀ ਬੈਠਾ ਸੀ ਉਹ ਦਰਿੰਦਾ ਆਪਣੇ ਘਰ ਸੀ ਉਹਦਾ ਸਾਹਮਣੇ ਘਰ ਆ ਹਾਂ ਉਹਨੇ ਕਿਹਾ ਮੈਂ ਜਦੋਂ ਚਾਚੀ ਨੇ ਇਹ ਗੱਲ ਕਹੀ ਸੀ ਤੇ ਮੈਂ ਆਪਣੇ ਘਰ ਹੱਸਿਆ ਸਾਂ ਅੱਛਾ ਮੇਰਾ ਪੁੱਤਰ ਤੇ ਉਹਨੂੰ ਭਰਾ ਸਮਝ ਕੇ ਉਹਦੇ ਕੋਲ ਜਾ ਕੇ ਬਹਿੰਦਾ ਸੀ ਤੇ ਮੇਰੇ ਪੁੱਤਰ ਨੂੰ ਇਹ ਨਹੀਂ ਸੀ ਪਤਾ ਹੈਗਾ ਵੀ ਇਹ ਮੇਰਾ ਹੀ ਕਾਤਲ ਮੇਰੇ ਹੀ ਖੂਨ ਦਾ ਤੇ ਆਇਆ ਹੈ ਓਏ ਹੋਏ ਏਡੇ ਬੇਦਰਦੀ ਨਾਲ ਮੇਰੇ ਪੁੱਤਰ ਨੂੰ ਮਾਰਿਆ ਸੀ ਏਡੇ ਬੇਦਰਦੀ ਨਾਲ ਉਹਦੇ ਨਾਲ ਵੀ ਇੰਜ ਹੀ ਹੋਣੀ ਚਾਹੀਦੀ ਹੈ ਉਹਦੇ ਨਾਲ ਹੀ ਇੰਜ ਹੀ ਹੋਣੀ ਚਾਹੀਦੀ ਜਿੱਦਣ ਉਹਦੇ ਨਾਲ ਇੰਜ ਹੋਈ ਉਦੋਂ ਮੈਂ ਬਚ ਸਕਨੀ ਆ ਨਹੀਂ ਤੇ ਮੈਂ ਮਰ ਗਈ ਆ
ਲੋਕਾਂ ਨੇ ਇਹ ਤੁਰੀ ਫਿਰਦੀ ਬਸ, ਪਰ ਮੇਰੇ ਕੋਲ ਹੌਸਲਾ ਨਹੀਂ ਪੈਂਦਾ, ਮੈਂ ਕੀ ਕਰਾਂ। ਮੇਰੇ ਹੱਥ ਵਸ ਹੋਵੇ ਤੇ ਮੈਂ ਤੇ ਇੱਥੇ ਟੋਟੇ ਟੋਟੇ ਕਰ ਦੇਵਾਂ। ਮੈਨੂੰ ਵਹਾਇਆ ਨਾ, ਮੈਨੂੰ ਪਹਿਲਾਂ ਪਤਾ ਲੱਗਾ। ਜੇ ਮੈਨੂੰ ਪਤਾ ਪਹਿਲਾਂ ਲੱਗਦਾ ਤਾਂ ਮੈਂ ਇੱਥੋਂ ਹੀ ਨਹੀਂ ਸੀ ਨਿਕਲਣੀ ਨਾ। ਸਹੀ ਹੈ। ਮੈਂ ਆਪਣੇ ਮੀਆਂ ਤੇ ਆਪਣੇ ਪੁੱਤਰਾਂ ਤੇ ਵੀ ਨਹੀਂ ਸੀ ਆਉਣ ਦੇਣਾ ਹੈਗਾ। ਜਿੰਨਾ ਕੁ ਉਹਨੇ ਸਾਨੂੰ ਤਕਲੀਫ ਦਿੱਤੀ, ਇੰਨੀ ਕੁ ਤਕਲੀਫ ਦਿੱਤੀ ਹੈ। ਸਾਡੇ ਬੱਚੇ ਹੁਣ ਤੱਕ ਨਹੀਂ ਘਰ ਸੌਂਦੇ ਹੈਗੇ। ਅਸੀਂ ਸਾਰੀ ਰਾਤ ਮੈਂ ਬਹਿ ਕੇ ਕੱਢਣੀ ਆ। ਮੈਨੂੰ ਇੰਝ ਹੀ ਹੁੰਦਾ ਦਰਿੰਦਾ ਪੜੀਚਾ ਵੀ ਕੋਈ ਇਧਰੋਂ ਨਾ ਆ ਜਾਏ, ਕਦੀ ਇਧਰੋਂ ਨਾ ਆ ਜਾਏ। ਅੱਛਾ ਮੇਰੀ ਭੈਣ, ਸਾਰੀ ਰਾਤ ਬਹਿ ਕੇ ਕੱਢਣੀ ਆ। ਅੱਛਾ ਮੇਰੀ ਭੈਣ, ਇਹ ਲੋਕਾਂ ਨੇ ਤੁਹਾਨੂੰ ਬੜੇ ਇਲਜ਼ਾਮ ਤਰਾਸ਼ੀ ਵੀ ਤੁਹਾਡੇ ਤੇ ਕੀਤੀ, ਬੜੇ ਬੜੇ ਇਲਜ਼ਾਮ ਵੀ ਲਾਏ, ਤੁਹਾਡਾ ਦਿਲ ਵੀ ਬੜਾ ਦਿਖਾਇਆ। ਤੇ ਇਸ ਮੁਸ਼ਕਲ ਘੜੀ ਦੇ ਵਿੱਚ ਕੋਈ ਐਸੇ ਲੋਕ ਵੀ ਹੈ ਨੇ ਜਿਨ੍ਹਾਂ ਤੁਹਾਨੂੰ ਹੌਸਲਾ ਵੀ ਦਿੱਤਾ, ਤੁਹਾਡੇ ਨਾਲ ਵੀ ਖਲੋਤੇ ਸਨ? ਸਾਰੇ ਹੌਸਲੇ ਦਿੰਦੇ ਸਨ, ਉਹਨਾਂ ਪਤਾ ਸੀ। ਪਰ ਮੈਂ ਫੇਰ ਵੀ ਆਨੀ ਸਾ ਵੀ ਕੋਈ ਪਤਾ ਨਹੀਂ ਕੀ ਲੋਕ ਆਂਦੇ ਨੇ ਸਾਡੇ ਸਾਹਮਣੇ, ਕੀ ਆਂਦੇ ਨੇ ਬਾਹਰ, ਕੀ ਲੋਕ ਆਂਦੇ। ਇਹ ਨਹੀਂ ਸੀ ਪਤਾ ਲੱਗਦਾ। ਹਾਂਜੀ, ਪੁਲਿਸ ਸਾਨੂੰ ਲਾਦਾ ਕਰਕੇ ਪੁੱਛਦੀ ਸੀ, ਮੈਨੂੰ ਲਾਦਾ ਕਰਕੇ ਪੁੱਛਦੀ ਸੀ। ਮੈਂ ਨਹੀਂ ਸਾ ਕੋਈ ਐਸੀ ਗੱਲ ਨਹੀਂ ਦੀ ਹੈਗੀ। ਜਿਹੜੀ ਗੱਲ ਅਸੀਂ ਫੋਨ ਕਰਨੇ ਸਾਂ, ਬੱਚੇ ਸਨ ਮੇਰੇ, ਕੋਈ ਸ਼ੈ ਮੰਗਾਣੀ ਹੁੰਦੀ ਸੀ ਮੰਗਾਉਂਦੇ ਸਨ, ਪਰ ਐਸੀ ਗੱਲ ਨਹੀਂ ਕੋਈ ਹੈਗੀ। ਬਸ ਇਹ ਗੱਲਾਂ ਚੱਲਦੀਆਂ ਨੇ। ਬਸ ਇਹ ਕਹਿੰਦੇ ਸਨ ਚਾਚਾ ਆਉਂਦਾ ਸੀ, ਇਹ ਲੋਕ ਗੱਲਾਂ ਕਰਦੇ, ਚਾਚਾ ਆਉਂਦਾ ਸੀ ਫੋਨ ਕਰਦੇ, ਇਹ ਡੇਟਾ ਕਿਉਂ ਆ ਗਏ। ਫਿਰ ਮੈਂ ਆਪਣੇ ਮੀਏ ਨੂੰ ਸੱਦਿਆ, ਮੈਂ ਕਿਹਾ ਬਾਰ-ਬਾਰ ਇਹੋ ਹੀ ਗੱਲ, ਬਾਰ-ਬਾਰ ਇਹੋ ਗੱਲ। ਮੇਰਾ ਪੁੱਤਰ ਹਾਫਜ਼ ਜਿਹੜਾ ਆਇਆ ਸੀ, ਫਿਰ ਉਹਨੂੰ ਵੀ ਲੋਕ ਪੁੱਛਦੇ ਰਹੇ, ਪਰ ਸਾਡੇ ਫੈਮਿਲੀ 'ਚ ਇਹੋ ਜਿਹੀ ਗੱਲ ਕੋਈ ਨਹੀਂ ਸੀ ਹੈਗੀ। ਤੁਹਾਡਾ ਜਿਹੜਾ ਹਮਸਫਰ, ਤੁਹਾਡਾ ਮੀਆਂ ਮਕਸੂਦ ਜਿਹੜਾ ਹੈ, ਇਸ ਮੁਸ਼ਕਲ ਘੜੀ ਦੇ ਵਿੱਚ ਉਹਨੇ ਸਾਬਤ ਕੀਤਾ ਕਿ ਵਾਕਈ ਇਸ ਤੋਂ ਜਿਹੜਾ ਅਜ਼ੀਮ ਰਿਸ਼ਤਾ ਕੋਈ ਨਹੀਂ ਹੁੰਦਾ ਮੀਆਂ ਬੀਵੀ ਤੋਂ। ਹਾਂਜੀ, ਮੇਰੇ ਮੀਆਂ ਨੇ ਸਾਬਤ ਬਹੁਤ ਕੀਤਾ। ਮੇਰੇ ਮੀਆਂ ਨੂੰ ਇਤਮਾਦ ਸੀ, ਮੇਰੇ ਮੀਆਂ ਨੂੰ ਯਕੀਨ ਸੀ। ਨਾ ਮੇਰਾ ਭਾਈ ਐਸਾ ਹੋ ਸਕਦਾ ਹੈ, ਨਾ ਮੇਰੀ ਬੀਵੀ ਐਸੀ ਹੋ ਸਕਦੀ, ਨਾ ਮੇਰੇ ਬੱਚੇ ਐਸੇ ਹੋ ਸਕਦੇ ਨੇ। ਤੇ ਕਦੀ ਮੀਆਂ ਨੇ ਸਾਬਤ ਕਰਕੇ ਕਦੀ ਕਿਤੇ ਤੁਹਾਡੇ ਮੀਆਂ ਨੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਹਾ ਕਿ ਲੋਕੀ ਸਾਰੇ ਹੁਣ ਆਏ ਗੱਲਾਂ ਕਰਦੇ ਨੇ, ਹੋ ਸਕਦਾ ਹੈ? ਮੇਰੇ ਮੀਆਂ ਨੇ ਫਿਰ ਵੀ ਨਹੀਂ ਕਿਹਾ ਹੈਗਾ। ਮੇਰੇ ਮੀਆਂ ਨੂੰ ਤਮਾਦ ਸੀ। ਮੇਰਾ ਮੀਆਂ ਜਾਂਦਾ ਸੀ ਉੱਥੇ, ਪੁੱਛਦੇ ਸਨ। ਮੇਰਾ ਮੀਆਂ ਅੱਗੋਂ ਲੜਦਾ ਸੀ, ਸਖਤ ਹੋ ਕੇ ਉਹਨਾਂ ਤੇ ਪੇਸ਼ ਆਂਦਾ ਸੀ ਵੀ ਮੇਰੀ ਬੀਵੀ, ਮੇਰਾ ਭਾਈ ਐਸਾ ਨਹੀਂ ਹੈਗਾ, ਮੇਰੀ ਫੈਮਿਲੀ 'ਚ ਐਸਾ ਹੋ ਹੀ ਨਹੀਂ ਸਕਦਾ ਹੈਗਾ। ਮੇਰਾ ਮੀਆਂ ਡਟ ਕੇ ਰਿਹਾ ਤੇ ਮੁਜਰਮ ਵੀ ਲੱਭਾ। ਮੇਰੀ ਭੈਣ, ਹੁਣ ਵੇਖੋ ਤੁਹਾਡਾ ਪੁੱਤਰ ਜਿਹੜਾ ਹੈ ਨਾ, ਦੋਵੇਂ ਪੁੱਤਰ ਤੁਹਾਡੇ, ਉਹ ਤੇ ਵਾਪਸ ਨਹੀਂ ਆ ਸਕਦੇ, ਉਹ ਤੇ ਅੱਲਾ ਦੇ ਕੋਲ ਚਲੇ ਗਏ ਨੇ। ਹੁਣ ਤੁਹਾਡਾ ਜਿਹੜਾ ਮੁਲਜ਼ਮ ਹੈ, ਕਾਤਲ ਜਿਹੜਾ ਤੁਹਾਡੇ ਬੇਟੇ ਦਾ, ਬਲਕਿ ਦੋਵਾਂ ਬੇਟਿਆਂ ਦੀ ਕਾਤਲ ਮੈਂ ਕਹਾਂਗਾ, ਜਿਹੜਾ ਇੱਕ ਨੂੰ ਮਾਰ ਸਕਦਾ ਦੂਸਰੇ ਨੂੰ ਵੀ ਮਾਰ ਸਕਦਾ ਹੈ। ਉਹਨੇ ਵੀ, ਉਹ ਛੋਟੇ ਨੂੰ ਵੀ ਉਹਨੇ ਵੀ ਮਾਰਿਆ। ਹਾਂ, ਉਹ ਨਹੀਂ ਆ ਸਕਦੇ, ਉਹ ਵੀ ਮਾਰ ਸਕਦਾ ਹੈ। ਮੇਰਾ ਇੱਕ ਐਲਾਨੇ ਜੰਗ ਹੈ ਕਿ ਜਿਨਨੇ ਮੇਰੇ ਦੋ ਬੱਚਿਆਂ ਦਾ ਮਰਡਰ ਕੀਤਾ ਹੈ, ਆਈਜੀ ਪੰਜਾਬ ਮਰੀਮ ਨਵਾਜ਼, ਔਰ ਜਿਤਨਾ ਵੀ ਸੀਸੀਡੀ ਅਮਲਾ ਹੈ, ਉਹਦਾ ਇਨਕਾਊਂਟਰ ਕਰੇ ਔਰ ਇਸ ਭੀਆਂ ਵਾਲੇ ਪਿੰਡ ਆ ਕੇ ਕਰੇ। ਅੱਛਾ ਮੇਰੀ ਗੱਲ ਸੁਣੋ ਤੁਸੀਂ ਮਕਸੂਦ ਸਾਹਿਬ ਜੀ, ਜਿਹੜਾ ਸ਼ਾਜ਼ਲ ਉਹ ਵੀ ਤੁਹਾਡਾ ਖੂਨ, ਤੇ ਜਿਹੜਾ ਮੈਂ ਤੇ ਉਹਦਾ ਨਾਮ ਹੀ ਨਹੀਂ ਲੈਂਦਾ, ਜਿਹੜਾ ਦਰਿੰਦਾ ਸਿਫਤ ਇਨਸਾਨ ਹੈ, ਜਿਹੜਾ ਕਾਤਲ ਹੈ ਤੁਹਾਡੇ ਬੇਟੇ ਦਾ, ਉਹ ਵੀ ਇੱਕ ਤੁਹਾਡਾ ਖੂਨ ਹੈ। ਤੇ ਕਿਸੇ ਵਕਤ ਚਾਚਾ ਜਾਗ ਪਿਆ ਅੰਦਰੋਂ, ਜਾਂ ਚਾਚੀ ਜਾਗ ਪਈ, ਕੋਈ ਦਾਦੇ ਦਾ ਮਤਲਬ ਪਿਆਰ ਜਾਗ ਪਿਆ, ਤੇ ਕੀ ਕਰੋਗੇ? ਉਹਨੂੰ ਕਦੀ ਛੁਰੀ ਮਾਰ ਕੇ ਨਸ ਜਾਂਦਾ, ਮੋਬਾਈਲ ਲੈ ਜਾਂਦਾ। ਯਾਰ ਅੰਦਰ ਸਮਾਨ ਦਾ ਮੀਆਂ ਸਾਹਿਬ ਭਰਿਆ ਪਿਆ ਹੈ, ਇਹ ਵੀ ਭਰਿਆ ਪਿਆ ਹੈ, ਸਾਰਾ ਕੁਝ ਲੁੱਟ ਕੇ ਟਰੱਕ ਢਾ ਕੇ ਲੈ ਜਾਂਦਾ, ਮੈਂ ਉਹਨੂੰ ਮਾਫ ਕਰ ਛੱਡਦਾ। ਸ਼ਾਜ਼ਲ ਨੂੰ ਉਸ ਹੱਦ ਤੱਕ ਹੀ ਮਾਰ ਜਾਂਦਾ, ਉਹਦੀ ਬਾਂਹ ਭੰਨ ਜਾਂਦਾ, ਮੈਂ ਉਹਨੂੰ ਮਾਫ ਕਰ ਛੱਡਦਾ। ਲੇਕਿਨ ਜਿਹੜਾ ਉਹਨੇ ਮੇਰੇ ਬੱਚੇ ਤੇ ਜ਼ੁਲਮ ਕੀਤਾ ਨਾ, ਉਹਦੀ ਮਾਸੂਮੀਅਤ ਸ਼ਾਜ਼ਲ ਦੀ ਮੈਨੂੰ ਦਿਨ ਰਾਤ ਕਤਲ ਕਰਦੀ ਹੈ ਪਈ। ਉਹਨੂੰ ਮੈਂ ਨਹੀਂ ਛੱਡਣਾ। ਅਗਰ ਉਹਨੂੰ ਸੀਸੀਡੀ ਮਾਰਦੀ ਏ ਜਾਂ ਕੋਈ ਜੱਜ ਮਾਰਦਾ ਏ, ਫਾਂਸੀ ਦਿੰਦਾ ਏ, ਬਿਸਮਿਲ੍ਲਾ, ਮੈਂ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਚਾਹੁੰਦਾ। ਅਗਰ ਕਾਨੂੰਨ ਨੇ ਇਹ ਮੇਰੇ ਨਾਲ ਕੋਈ ਖਿਲਾਫ ਵਰਜ਼ੀ ਕੀਤੀ ਤੇ ਉਹ ਜਿਹੜਾ ਨਾ ਸਾਰਾ ਭਰਾ ਵੀ ਨਹੀਂ ਵੇਖਿਆ ਜਾਏਗਾ, ਉਹਦੇ ਬੱਚੇ ਵੀ ਨਹੀਂ ਵੇਖੇ ਜਾਣਗੇ। ਮੇਰੇ ਦੋ ਗਏ ਨੇ, ਮੈਂ ਕਤਲ ਦਾ ਬਦਲਾ ਕਤਲ ਕਰਕੇ ਸਾਲ ਆਂਗਾ, ਨਹੀਂ ਤੇ ਮੈਂ ਨਹੀਂ। ਕਿਉਂ ਯਾਰ, ਜਿਹੜੀ ਮੇਰੀ ਦੁਨੀਆ ਦੀ ਉਜੜੀ ਏ, ਮੈਂ ਆਪਣਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਕਰ ਲਿਆ। ਮੇਰੇ ਮਾਲੀ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਨਾ ਮੈਂ ਜ਼ਿੰਦਗੀ ਦੇ 40 ਸਾਲ ਪਿੱਛੇ ਜਾ ਪਿਆ। ਓਏ ਹੋਏ ਹੋਏ ਹੋਏ, ਦੁਨੀਆ ਉੱਥੇ ਵੀਜ਼ੇ ਲਵਾ ਕੇ ਇਟਲੀ ਜਾ ਰਹੀ ਹੈ, ਲੱਗਦੇ ਨਹੀਂ ਪਏ, ਮੈਂ ਉਹ ਲਵਾਣ ਡਿਆ। ਮੈਂ ਉੱਥੇ ਬੜੇ ਪੈਸੇ ਜਾ ਕੇ ਉਮਾਨ ਬੜੇ ਲਾਏ ਨੇ, ਅੱਛਾ, ਕਰਜ਼ੇ ਚੁੱਕ ਕੇ ਕਿ ਯਾਰ ਮੈਂ ਯੂਰਪ ਜਾਣਾ ਹੀ ਜਾਣਾ। ਮੇਰੇ ਵੀਜ਼ੇ ਲੱਗੇ ਹੋਏ ਨੇ, ਮੈਂ ਤੁਹਾਨੂੰ ਪਾਸਪੋਰਟ ਮੈਂ ਲਾਹੌਰ ਛੱਡ ਆਇਆ, ਮੈਂ ਘਰ ਦੇ ਹਾਲਾਤ ਦੀ ਵਜ੍ਹਾ ਤੋਂ। ਵੀਜ਼ੇ ਲੱਗੇ ਛੱਡ ਕੇ 25 ਤਰੀਕ ਨੂੰ ਮੇਰੇ ਵੀਜ਼ੇ ਖਤਮ ਹੋਏ। ਤੁਸੀਂ ਮੈਨੂੰ ਦੱਸੋ, ਤੁਸੀਂ ਕਿ ਜਿਹੜਾ ਵੀਜ਼ਾ ਤੁਹਾਡਾ ਯੂਰਪ ਦਾ ਲੱਗਾ ਸੀ ਉਮਾਨ ਤੋਂ, ਤੁਸੀਂ ਉਹ ਛੱਡ ਕੇ, ਲੋਕਾਂ ਦੀ ਖੁਆਇਸ਼ ਹੁੰਦੀ ਹੈ ਚਲੋ ਬੇਟਾ ਤੁਹਾਡਾ ਜਾਣ ਵਾਲਾ ਚਲਾ ਗਿਆ ਸੀ, ਤੁਸੀਂ ਆਪਣੀ ਜ਼ਿੰਦਗੀ ਦਾ ਐਡਾ ਵੱਡਾ ਨੁਕਸਾਨ ਕਰਕੇ ਵੀ ਉਹ ਵੀ ਆ ਗਏ, ਉਹ ਬੱਚਿਆਂ ਦੀ ਖਾਤਰ ਹੀ ਗਏ ਸੋ, ਤੇ ਇਹ ਕੀ ਜ਼ਿਹਨ 'ਚ ਸੋਚ ਵੀ ਆਈ ਤੁਹਾਨੂੰ? ਮੈਨੂੰ ਇੱਕ ਸ਼ਾਜ਼ਲ ਉਹਦੀ ਮੌਤ ਨਹੀਂ ਸੀ ਜੀਣ ਦਿੰਦੀ। ਬੰਦਿਆਂ ਨੇ, ਸਾਰਿਆਂ ਨੇ ਉੱਥੇ, ਮੇਰੇ ਦੋਸਤ ਅਹਿਬਾਬ ਨੇ, ਉਮਾਨ ਵਾਲੇ ਨੂੰ ਅੱਲਾ ਸਲਾਮਤੀ ਦੇਵੇ, ਉਹਨਾਂ ਨੇ ਸਮਝਾਇਆ, ਮੈਂ ਖਲੋ ਗਿਆ। ਉਹਨੇ ਕਿਹਾ ਪਿੱਛੇ ਨਹੀਂ, ਅੱਗੇ ਕਦਮ ਚੁੱਕਣਾ ਹੈ। ਜਦੋਂ ਆ ਗਈ ਸੀ ਗੱਲ ਇੱਜ਼ਤ ਤੇ ਨਫਸ ਤੇ, ਅੱਛਾ, ਮੇਰਾ ਉਹ ਭਰਾ ਰੋਣ ਲੱਗ ਪਿਆ ਸੀ, ਮੁਹੰਮਦ ਯਕੂਬ, ਮੇਰੀ ਬੇਗਮ,
ਉਹ ਮੈਂ ਕਿਹਾ ਟੈਨਸ਼ਨ ਕਿਉਂ ਕਰਦੇ ਹੋ? ਤੁਹਾਡੇ ਮਗਰ ਮੈਂ ਪਹਾੜ ਨਹੀਂ ਚਟਾਨ ਤਰ੍ਹਾਂ ਗਲਾ ਵਾਂ, ਮੈਂ ਗਲਾ ਵਾਂ, ਮੈਨੂੰ ਪਤਾ ਹੈ। ਜ਼ਮਾਨੇ ਦੀ ਮੈਂ ਗੱਲ ਨਹੀਂ ਕਰਦਾ। ਮੈਨੂੰ ਕਿਹਾ ਡੇਟਾ, ਮੈਂ ਉਹਨੂੰ ਕਿਹਾ ਭੈਣ ਨੂੰ ਯਾਰ ਡੇਟਾ ਪਾੜ ਕੇ ਪਰਾਂ ਸੁੱਟ, ਮੇਰੇ ਨਾਲ ਗੱਲ ਕਰ। ਮੈਂ ਨਹੀਂ ਡੇਟੇ ਮੰਨਦਾ। ਲੇਕਿਨ ਅਲਹਮਦੁਲਿਲਾ ਆ ਸਾਰੇ ਲੋਕ ਤੁਸੀਂ ਵੇਖ ਰਹੇ ਹੋ, ਉਦੋਂ ਵੀ ਵੇਖੇ ਸਨ। ਮੈਂ ਕੋਈ ਨਹੀਂ ਕਹਿ ਸਕਦਾ ਕਿ ਮੇਰੇ ਵਾਸਤੇ ਇੱਥੇ ਬੁਰਾ ਕਿਹੜਾ ਭਲਾ ਕਿਹੜਾ। ਮੇਰੇ ਵਾਸਤੇ ਸਾਰੇ ਹੀ ਬੜੇ ਭਲੇ ਨੇ, ਸਾਰੀਆਂ ਬੀਬੀਆਂ ਭੈਣਾਂ ਨੇ, ਸਾਰੇ ਹੀ ਬੱਚੇ ਨੇ। ਅਲਹਮਦੁਲਿਲਾ ਸ਼ਾਜ਼ਲ ਦੀ ਵਜ੍ਹਾ ਤੋਂ ਸਾਰਿਆਂ ਨੇ ਆਪਣੀ ਝੋਲੀ ਇੱਥੇ ਰੱਖੀ ਸੀ। ਕਹਿ ਅੱਲਾ ਇਹਨੂੰ ਬੇਨਕਾਬ ਕਰ, ਹਰ ਬੰਦੇ ਦੇ, ਹਰ ਬੀਬੀ, ਹਰ ਬੱਚੇ ਦੇ। ਉਹ ਯਾਰ ਲੋਕੀ ਬਖਸ਼ਿਸ਼ ਮੰਗਦੇ ਨੇ। ਮੈਂ ਮੱਕੇ ਵਾਲਿਆਂ ਕੋਲੋਂ ਜਿਹੜੇ ਉਮਰਾ ਕਰਨਗੇ ਨਾ ਦੁਆ ਕਰਾਣ ਡਿਆ ਮੇਰਾ ਕਾਤਲ ਨਿਕਲੇ। ਲੋਕੀ ਜਾ ਕੇ ਗਲਾਫੇ ਕਾਬਾ ਫੜ ਫੜ ਕੇ ਰੋ ਰਹੇ ਨੇ, ਅੱਲਾ ਸਾਡੇ ਭਰਾ ਨੂੰ ਮੁਸੀਬਤ ਚੋਂ ਕੱਢ। ਅੱਲਾ ਸਬਰ ਦੇ, ਅੱਲਾ ਸਬਰ ਦੇ ਤੁਹਾਨੂੰ। ਤੇ ਭਰੋਸਾ ਹੀ ਉੱਠ ਪਿਆ। ਹਾਂ ਆਪਣੇ ਤੋਂ ਕਿਸੇ ਤੇ ਨਹੀਂ ਹੈ। ਆਪਣਿਆਂ ਦੇ ਕਾਤਲ ਬਣ ਗਏ। ਬਿਲਕੁਲ ਐਸੇ ਹੀ ਹੈ। ਜਿਹੜੀ ਇਨਸਾਫ ਪੁਲਿਸ ਨਹੀਂ ਦੇਣ ਡਈ। ਹਾਂ ਪੈਸੇ ਉਹਨਾਂ ਨੂੰ ਪੈਸੇ ਦਵੋ ਹਾਂ ਤੇ ਪੁਲਿਸ ਸੁਣਦੀ ਹੈ। ਸਦਰ ਥਾਣਾ ਸਹੀ ਹੈ। ਜਿਹੜਾ ਕਰਦੇ ਨੇ ਨਾ ਉਹ ਕੋਈ ਨਹੀਂ। ਇਨਸਾਫ ਇੱਥੇ ਨਹੀਂ ਜੇ ਹੈ। ਇਨਸਾਫ ਨਹੀਂ ਹੈ। ਇਨਸਾਫ ਨਹੀਂ ਜੀ ਹੈ। ਇੱਥੇ ਮਾਰ ਕੇ ਵੀ ਬੰਦਾ ਸੁੱਟ ਜਾ, ਇਨਸਾਫ ਨਹੀਂ ਜੇ ਮਿਲਦਾ। ਅੱਛਾ ਮੇਰੀ ਭੈਣ ਵੇਖੋ ਤੁਸੀਂ ਬਸ ਪੈਸੇ ਹੋਣ, ਜਿੰਨੇ ਕੋ ਪੈਸੇ ਜ ਇਨਸਾਫ ਹੁੰਦਾ ਜੇ। ਸਹੀ ਕਹਿ ਰਹੇ ਜੇ ਹੋ। ਤੇ ਇਨਸਾਫ ਕਰਨਾ ਜੇ ਸਰੇਆਮ ਕਰੋ। ਕਿਸੇ ਦਾ ਪਤਾ ਲੱਗੇ, ਕਿਸੇ ਇੱਥੋਂ ਹੀ ਮਗਲਿਆਂ ਨੂੰ ਨਸੀਹਤ ਆਵੇ ਕਿ ਵੇਖੋ ਹੁਣ ਮੈਂ ਆਪਣੇ ਬੱਚਿਆਂ ਨੂੰ ਕਿਸੇ ਤੇ ਛੱਡ ਤੇ नहीं साथ जा। फील्ड मार्शल साहब सुने ज़रा ध्यान से, ये बात आप भी सुनिएगा क्योंकि मैं आपसे मुखातब इसलिए हूँ कि आपका बड़ा अमल दखल है मुल्क पाकिस्तान में। आप मुहाफ़िज़ भी हैं हमारे, उनके नीचे जो हमारे हुक्मरान आते हैं तो ये सुन लें, मेरे मुल्क पाकिस्तान का इस खातून को किसी ने समझाया नहीं है कि मेरे मुल्क पाकिस्तान में इंसाफ नहीं मिलता। अगर इंसाफ मिलता होता तो मुख्तलिफ तरह के अदारे बनाने की ज़रूरत ही पेश ना आती। कभी आप पैराफोर्स बना रहे हैं तो कभी सीसीडी बना रहे हैं। सीसीडी सेल जफर चट्टा साहब आवाम के दिलों में मोहब्बत क्यों पैदा कर रहे हैं? ताकि उनको इंसाफ फौरी मिल जाता है। उनके कातलों को वो अपने साथियों की फायरिंग से मर जाते हैं। ਵਿੱਚ ਇਨਸਾਫ ਨਹੀਂ ਜੇ, ਸਦਰ ਥਾਣੇ 'ਚ ਇਨਸਾਫ ਨਹੀਂ ਜੇ, ਪੈਸੇ ਦਾ ਇਨਸਾਫ ਜੇ। ਜਿਹੜਾ ਪੈਸਾ ਦਿੰਦੇ ਤੁਸੀਂ ਕਤਲ ਕਰਕੇ ਟੁੱਟ ਜਾਓ, ਪੈਸੇ ਸੁੱਟ ਦੋ, ਇਨਸਾਫ ਉਹਨੂੰ ਮਿਲਦਾ ਜੀ। ਐਡੇ ਜ਼ਾਲਮ ਸਦਰ ਥਾਣੇ ਵਾਲੇ, ਐਡੇ ਜ਼ਾਲਮ ਜੀ। ਹਾਂ ਬੱਚਾ ਵੀ ਮਰ ਗਿਆ। ਚਲੇ ਜਾਓ, ਬੱਚਾ ਛੱਡ ਕੇ ਤੁਸੀਂ ਉੱਥੇ ਅੱਲਾ ਮਾਫ ਕਰੇ ਜ਼ਨਾ ਵੀ ਕਰਕੇ ਟੁੱਟ ਜਾਣਾ, ਤੁਸੀਂ ਸਿਰਫ ਪੈਸੇ ਦੇ ਦਿਓ। ਉਹ ਸਹੀ ਕਹਿ ਰਹੇ ਹੋ, ਬਿਲकुल ਸਿਰਫ ਉਹ 16 ਨੇ ਪੈਸੇ ਗੱਲ ਦੇ ਕਰ ਦੇ। ਪੈਸੇ ਤੋਂ ਬਗੈਰ ਕੋਈ ਨਹੀਂ ਜੇ ਸੁਣਦੇ ਹੈ, ਭਾਵੇਂ ਉਹ ਸੱਚਾ ਹੈ ਜਾਂ ਝੂਠਾ ਹੈ। ਝੂਠਾ ਵੀ ਹੈ ਨਾ, ਪੈਸਾ ਨੂੰ ਸੱਚਾ ਕਰ ਦਿੰਦਾ। ਮਤਲਬ ਪੈਸੇ ਦਿਓ ਤਾਂ ਝੂਠਾ ਵੀ ਸੱਚਾ ਹੋ ਜਾਏਗਾ। ਹਾਂਜੀ ਉੱਥੇ ਪੈਸਾ ਚੱਲਦਾ ਜੀ। ਅੱਛਾ ਮੇਰੀ ਭੈਣ ਇਹ ਹੁਣ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ, ਪੁਲਿਸ ਇਨਸਾਫ ਨਹੀਂ ਮੇਰੇ ਕਰਦੀ, ਭਾਈ ਨੂੰ ਫੈਲ ਲੱਗੇ ਨੇ ਸਰੇਆਮ। ਉਹਨਾਂ ਬੰਦਾ ਫੜਿਆ 14 ਦਿਨ ਉਹਨਾਂ ਰਿਮਾਂਡ 'ਚ ਰੱਖਿਆ। 14 ਦਿਨ ਉਹਨੇ ਜਦੋਂ ਉਹਨਾਂ ਮਾਰਿਆ ਉਹਨਾਂ ਮੰਨਿਆ ਕਿ ਮੈਂ ਮਾਰਿਆ, ਮੈਂ ਫੈਰ ਮਾਰੇ ਨੇ। ਉਹਨੇ ਐਸਐਚਓ ਨੇ ਜਿਹੜਾ ਤਫਤੀਸ਼ ਕਰਦਾ, ਉਹਨਾਂ ਕੋਲ 3 ਲੱਖ ਰੁਪਇਆ ਲੈ ਕੇ ਨਾ ਸਿਫਾਰਿਸ਼ ਨਾਲ ਉਹਨਾਂ ਮੇਰਾ ਭਾਈ ਨੂੰ ਕਿਹਾ ਕਿ ਤੂੰ ਖੁਦ ਫੈਰ ਮਾਰੇ ਨੇ ਮੇਰੇ ਭਾਈ ਨੂੰ। ਤੁਸੀਂ ਵੇਖੋ ਫੈਰ ਉਹਨੂੰ ਕਿਵੇਂ ਦੇ ਵੱਜੇ ਨੇ। ਅੱਛਾ ਹੁਣ ਉਹ ਨਾ ਮਰਦ ਹੋ ਗਿਆ ਸਾਹਿਬ ਦਾ ਤੇ ਇਨਸਾਫ ਕੋ ਨਹੀਂ ਮਿਲਿਆ। ਇਨਸਾਫ ਸਿਰਫ ਪੈਸੇ ਦਾ ਹੈ। ਸਹੀ ਹੈ। ਇਹ ਸਦਰ ਥਾਣੇ 'ਚ ਇਨਸਾਫ ਕੋ ਨਹੀਂ ਜੀ ਹੈ। ਬਿਲਕੁਲ ਮੇਰੀ ਭੈਣ ਬਿਲकुल ਸਹੀ ਕਹਿ ਰਹੀ ਹੈ। ਅੱਛਾ ਮੇਰੀ ਭੈਣ ਤੁਸੀਂ ਦੱਸੋ ਕਿ ਅਗਰ ਤੁਹਾਨੂੰ ਇਨਸਾਫ ਨਹੀਂ ਮਿਲਦਾ, ਤੁਸੀਂ ਦੱਸੋ ਮੇਰੀ ਭੈਣ, ਅਗਰ ਤੁਹਾਨੂੰ ਅਦਾਲਤਾਂ ਇਨਸਾਫ ਨਹੀਂ ਦਿੰਦੀਆਂ, ਪੁਲਿਸ ਇਨਸਾਫ ਨਹੀਂ ਦਿੰਦੀ ਤੁਹਾਨੂੰ, ਤੇ ਕੀ ਕਰੋਗੇ? ਸਾਨੂੰ ਮਰਿਆ ਹੀ ਚਾਹੀਦਾ ਹੈ ਜਿਸ ਤਰ੍ਹਾਂ ਦੇ ਨੇ। जिस तरह मेरे पुत्र ने किया उस तरह ही होना चाहिए ਉਹਦੇ ਨਾਲ। जी नाज़रीन बिल्कुल मुकम्मल कहानी जो है इस घर की आपने सुनी है कि यहाँ पर जो चाचू होते हैं वो बाप की मानंद होते हैं, उसके रिश्ते को भी, उसकी इज़्ज़त को पमाल किया गया। यहाँ पर माँ जैसे मुक़द्दस रिश्ते को भी पमाल किया गया। जो आजकल हालात चल रहे हैं इससे सभी लोग यही बातें बना रहे थे, शायद ये अमल जो है माँ ने कर लिया, चाचू के साथ मिलके अपना कुछ गुनाह छुपाने के लिए अपने बेटे का कत्ल कर दिया। ऐसा नहीं होता। अभी भी बहुत सारे लोग हैं और इस घर से सबक सीखिए कि कैसे एक खामद ने अपनी बीवी पे और एक भाई ने अपने भाई के ऊपर इत्मीद किया और जो कातल था, जो मुलज़म था, जो दरिंदा था, वो भी पकड़ा गया और इनका जो रिश्तों का तकद्दस था वो पमाल होने से भी बच गया। खुदा के लिए आप भी अपनों पे कड़ी नज़र रखें। जो रिश्ते इतबार के काबिल हैं उन पे इतबार करें। जो रिश्ते इतबार के काबिल नहीं हैं, जो दरिंदे लोग हैं, जो अपनों का खून करते वक्त भी ज़रा सोचते नहीं, उन पे भी कड़ी ज़रूर नज़र रखिएगा। ये कहानी आपको बहुत कुछ सिखा के जाएगी। ये फैमिली बहुत कुछ आपको सिखा के जाएगी कि कैसे एक खामद ने अपनी बीवी के ऊपर, अपने भाई के ऊपर इत्मीद किया और सब रिश्तों को बचा लिया, और कैसे एक भतीजे ने चाचे का घर उजाड़ दिया।